ਬਾਦਸ਼ਾਹ ਨੇ ਕਬੀਰ ਜੀ ਨੂੰ ਸਜ਼ਾ ਦੇਣੀ। ਗੰਗਾ ਉੱਤੇ ਇਸ਼ਨਾਨ ਦਾ ਪੁਰਬ ਸੀ। ਹਜ਼ਾਰਾਂ ਲੋਕ ਇਕੱਠੇ ਹੋਏ ਸਨ ਤੇ ਸੈਂਕੜੇ ਮਹਾਤਮਾ, ਸੰਤ, ਮਹੰਤ ਆਏ ਹੋਏ ਸਨ। ਥਾਂ-ਥਾਂ ਮੰਡਲੀਆਂ ਲੱਗੀਆਂ ਹੋਈਆਂ ਸਨ। ਹਰ ਕੋਈ ਆਪੋ ਆਪਣੀ ਸਮਝ ਅਨੁਸਾਰ ਗਿਆਨ ਚਰਚਾ ਕਰ ਰਿਹਾ ਸੀ। ਕੋਈ ਆਪਣੇ ਮਤ ਦਾ ਉਪਦੇਸ਼ ਕਰਦਾ ਸੀ ਤੇ ਕੋਈ ਕਿਸੇ ਨਾਲ ਬਹਿਸ ਕਰਦਾ ਸੀ। ਵੈਦ ਵੈਦਾਂਤ ਦੇ ਜਾਣੂ ਪੁਰਸ਼ ਆਏ ਸਨ। ਸਰੋਤੇ ਤੇ ਦਰਸ਼ਨ ਯਾਤਰਾ ਇਸ਼ਨਾਨ ਕਰਕੇ ਉਪਦੇਸ਼ ਸੁਣਨ ਵਾਸਤੇ ਬਹਿ ਜਾਂਦੇ ਸੀ। ਇਸ ਤਰ੍ਹਾਂ ਚੋਖੀ ਭੀੜ ਸੀ। ਭਗਤ ਕਬੀਰ ਜੀ ਵੀ ਗੰਗਾ ਇਸ਼ਨਾਨ ਕਰਨ ਗਏ, ਉੱਥੇ ਹੀ ਬੈਠ ਗਏ। ਉਹਨਾਂ ਦੇ ਸ਼ਰਧਾਲੂ ਉਹਨਾਂ ਕੋਲ ਪੁੱਜੇ ਤੇ ਲੱਗੇ ਆਖਣ, ਕੋਈ ਉਪਦੇਸ਼ ਕਰੋ, ਜੀਵਨ ਦਾ ਲਾਭ ਸੁਣਾਓ। ਕਬੀਰ ਜੀ ਨੇ ਇੱਕ ਦਿਨ ਪਹਿਲਾਂ ਇੱਕ ਪੁਰਸ਼ ਦੀ ਲੋਥ ਅਗਨ ਭੇਟ ਹੁੰਦੀ ਤੱਕੀ। ਜਿਵੇਂ ਉਹ ਸੜਦੀ ਗਈ ਤਿਵੇਂ ਸਾਰਾ ਦ੍ਰਿਸ਼ ਉਹਨਾਂ ਦੇ ਨੇਤਰਾਂ ਅੱਗੇ ਰਿਹਾ। ਉਹ ਬਹੁਤ ਹੀ ਪ੍ਰਭਾਵਿਤ ਹੋਏ ਤੇ ਉਹਨਾਂ ਜਗਿਆਸੂਆਂ ਦੇ ਅੱਗੇ ਇਹੋ ਹੀ ਗਿਆਨ ਚਰਚਾ ਆਰੰਭ ਕਰ ਦਿੱਤੀ। ਆਪ ਨੇ ਲੰਮੀ ਗਿਆਨ ਦੀ ਗੱਲ ਸ਼ੁਰੂ ਕੀਤੀ। ਆਪ ਨੇ ਦੇਖਿਆ, ਜੋ ਜੀਵ ਜੰਤੂ ਹਨ, ਚਾਰ ਪਾਏ ਪਸ਼ੂ, ਇਹ ਸਾਰੇ ਮਰਦੇ ਹਨ, ਕਿਉਂਕਿ ਪੰਜ ਭੂਤਕ ਸਰੀਰ ਨੂੰ ਈਸ਼ਵਰ ਨੇ ਮੁੜ ਤੱਤਾਂ ਵਿੱਚ ਮਿਲਾਉਣਾ ਹੁੰਦਾ ਹੈ। ਪਰ ਕਬੀਰ ਜੀ ਸੋਚਦੇ ਰਹੇ, ਜੇ ਪਸ਼ੂ ਤੇ ਪੰਛੀ ਮਰਦੇ ਹਨ ਤਾਂ ਉਹਨਾਂ ਦਾ ਕੋਈ ਨਾ ਕੋਈ ਸਰੀਰਕ ਅੰਗ ਜਾਂ ਉਹਨਾਂ ਦੀ ਖੱਲ ਸੰਸਾਰ ਦੇ ਕੰਮ ਆਉਂਦੀ ਹੈ। ਜੈਸੇ ਚਾਰ ਪਾਏ ਪਸ਼ੂ, ਗਊ, ਬੈਲ, ਮੱਝ, ਝੋਟਾ, ਬੱਕਰਾ, ਹਰਨ ਤੇ ਸ਼ੇਰ ਆਦਿਕ, ਇਹਨਾਂ ਦੀਆਂ ਖੱਲਾਂ ਕੰਮ ਆਉਂਦੀਆਂ ਹਨ। ਜੁੱਤੀਆਂ, ਮਸ਼ਕਾਂ ਆਦਿਕ ਬਣਦੀਆਂ ਹਨ। ਪਰ ਜਦੋਂ ਨਰ ਮਰਦਾ ਹੈ ਤਾਂ ਇਹ ਕਿਸੇ ਕੰਮ ਨਹੀਂ ਆਉਂਦਾ। ਆਪ ਨੇ ਫਰਮਾਇਆ, ਹੇ ਭਗਤ ਜਨੋ, ਨਰ, ਇਸਤਰੀ, ਪੁਰਸ਼ ਜਦੋਂ ਮਰਦਾ ਹੈ ਤਾਂ ਇਸ ਦਾ ਸਰੀਰ ਕੰਮ ਨਹੀਂ ਆਉਂਦਾ। ਜੇ ਪਸ਼ੂ ਮਰਦਾ ਹੈ ਤਾਂ 10 ਕੰਮ ਸਵਾਰਦਾ ਹੈ, ਪਰ ਜੀਵ ਮਰਦਾ ਹੈ ਤਾਂ ਕਿਸੇ ਕੰਮ ਨਹੀਂ ਆਉਂਦਾ। ਕਬੀਰ ਜੀ ਆਖਦੇ ਹਨ, ਪਰਮਾਤਮਾ ਦੀ ਗਤੀ ਨੂੰ ਮੈਂ ਕੀ ਜਾਣਾ। ਹੇ ਬਾਬਾ, ਇਹ ਤਾਂ ਅਨੋਖਾ ਹੀ ਖੇਲ ਰਚਿਆ ਹੈ। ਪੁਰਸ਼ ਨੂੰ ਜਦੋਂ ਸਾੜੀਦਾ ਹੈ ਤਾਂ ਉਸਦੇ ਹੱਡ ਇਉਂ ਸੜ ਜਾਂਦੇ ਹਨ ਜਿਵੇਂ ਲੱਕੜੀ ਦਾ ਤੂਲਾ ਸੜ ਜਾਂਦਾ ਹੈ। ਵਾਲ ਇਉਂ ਸੜਦੇ ਹਨ ਜਿਵੇਂ ਘਾਹ ਜਾਂ ਢੇਰ ਦਾ ਡੱਬਾ ਹੁੰਦਾ ਹੈ। ਕਬੀਰ ਜੀ ਨੇ ਜਗਿਆਸੂਆਂ ਤੇ ਸਰੋਤਿਆਂ ਨੂੰ ਸੰਬੋਧਨ ਕਰਕੇ ਆਖਿਆ, ਹੇ ਸੱਜਣੋ, ਜੀਵਾਤਮਾ ਨੂੰ ਉਸ ਵੇਲੇ ਹੀ ਗਿਆਨ ਹੁੰਦਾ ਹੈ ਜਦੋਂ ਸਿਰ ਦੇ ਵਿੱਚ ਜਮ ਦਾ ਡੰਡਾ ਵੱਜਦਾ ਹੈ, ਭਾਵ ਹਿਸਾਬ ਪੁੱਛੇ ਜਾਂਦੇ ਹਨ। ਇੱਥੇ ਰਹਿ ਕੇ ਤਾਂ ਜੀਵ ਸਦਾ ਪਰਮਾਤਮਾ ਨੂੰ ਭੁੱਲਿਆ ਰਹਿੰਦਾ ਹੈ ਤੇ ਹੰਕਾਰ ਵਿੱਚ ਕਰਮ ਕਰਦਾ ਹੈ। ਲਾਲਚ, ਵਾਸ਼ਨਾ, ਹਉਮੈ ਜੀਵ ਦੇ ਹੱਡ ਗਾਲੀ ਜਾਂਦੀ ਹੈ। ਜੀਵ ਜਗਤ ਵਿੱਚ ਆਉਂਦਾ ਹੈ ਤਾਂ ਆਪਾ ਨਹੀਂ ਪਛਾਣਦਾ, ਅਸਲੇ ਤੋਂ ਪਰੇ ਚਲਿਆ ਜਾਂਦਾ ਹੈ। ਇਸ ਤਰ੍ਹਾਂ ਗਿਆਨ ਚਰਚਾ ਹੋ ਰਹੀ ਸੀ ਕਿ ਉੱਚ ਜਾਤੀ ਦੇ ਪੰਡਿਤ ਰੌਲਾ ਪਾਉਂਦੇ ਆ ਗਏ ਕਿ ਦੇਵਤਿਆਂ ਦੀ ਨਗਰੀ ਕਾਂਸ਼ੀ ਗੰਗਾ ਵਿੱਚ ਗਰਕ ਹੋ ਜਾਏਗੀ। ਉਹਨਾਂ ਨੇ ਆ ਕੇ ਕਬੀਰ ਜੀ ਨੂੰ ਬੜੇ ਰੋਹਬ ਨਾਲ ਆਖਿਆ ਕਿ ਉੱਠ ਕੇ ਚਲਿਆ ਜਾਏ। ਇਸ ਤਰ੍ਹਾਂ ਪੰਡਿਤਾਂ ਦਾ ਅਪਮਾਨ ਹੁੰਦਾ ਹੈ। ਕਬੀਰ ਜੀ ਦੇ ਸ਼ਰਧਾਲੂ ਬਹੁਤ ਸਨ। ਇਸ ਮਾਮਲੇ ਤੋਂ ਝਗੜਾ ਹੋ ਗਿਆ। ਝਗੜਾ ਵੱਧ ਕੇ ਗਾਲੀ ਗਲੋਚ ਦੇ ਪਿੱਛੋਂ ਮਾਰ ਕੁਟਾਈ ਤੱਕ ਨੌਬਤ ਪਹੁੰਚ ਗਈ। ਉਸ ਲੜਾਈ ਵਿੱਚ ਪੰਡਿਤਾਂ ਨੂੰ ਮਾਰ ਪੈ ਗਈ, ਪੰਡਿਤ ਨੱਸ ਗਏ। ਉਸ ਝਗੜੇ ਦਾ ਰੌਲਾ ਸਾਰੀ ਕਾਂਸ਼ੀ ਵਿੱਚ ਧੁੰਮ ਗਿਆ। ਪੰਡਿਤਾਂ ਨੇ ਨਾਲ ਮੁਸਲਮਾਨ ਕਾਜ਼ੀਆਂ ਨੂੰ ਮਿਲਾ ਲਿਆ, ਕਿਉਂਕਿ ਕਬੀਰ ਜੀ ਸਾਰੇ ਮਤਾਂ ਦੇ ਪਖੰਡਾਂ ਦਾ ਖੰਡਨ ਕਰਦੇ ਸਨ। ਉਹ ਤਾਂ ਆਖਦੇ ਸਨ, ਖੁਦਾ ਅਥਵਾ ਰਾਮ ਇੱਕ ਹੀ ਹੈ ਤੇ ਉਸ ਦੀ ਆਰਾਧਨਾ ਕਰੋ। ਦੇਵੀ ਦੇਵਤੇ, ਮੜੀ ਮਸਾਣ ਆਦਿਕ ਦੀ ਪੂਜਾ ਨਾ ਕਰੋ। ਕਬੀਰ ਜੀ ਪਾਸੋਂ ਸਾਰੇ ਹੀ ਅੱਕੇ ਹੋਏ ਸਨ। ਇਸ ਕਰਕੇ ਉਹਨਾਂ ਨੇ ਇਹ ਪੈਂਤੜਾ ਤਿਆਰ ਕੀਤਾ ਕਿ ਨਵਾਬ ਨੂੰ ਆਖ ਕੇ ਇਸ ਨੂੰ ਮਰਵਾ ਹੀ ਕਿਉਂ ਨਾ ਦਿੱਤਾ ਜਾਏ, ਨਿੱਤ ਦੇ ਝਗੜੇ ਖਤਮ ਹੋ ਜਾਣਗੇ। ਸਬੱਬ ਨਾਲ ਕਾਂਸ਼ੀ ਦੇ ਵਿੱਚ ਦਿੱਲੀ ਦਾ ਬਾਦਸ਼ਾਹ ਸਿਕੰਦਰ ਲੋਧੀ ਪੁੱਜ ਗਿਆ। ਉਹ ਕੁਝ ਤਵੱਸਬੀ ਤੇ ਪਰਜਾ ਨੂੰ ਖੁਸ਼ ਰੱਖਣ ਵਾਲਾ ਬਾਦਸ਼ਾਹ ਸੀ। ਉਸ ਵਿੱਚ ਇਹ ਵੀ ਘਾਟਾ ਸੀ ਕਿ ਉਹ ਇਲਾਈ ਲੱਗ ਸੀ, ਕੰਨਾਂ ਦਾ ਬਹੁਤ ਕੱਚਾ ਸੀ। ਉਹ ਕੁੱਲ ਪੰਡਿਤ ਤੇ ਸ਼ਹਿਰ ਦੇ ਕਾਜ਼ੀ ਉਸ ਦੇ ਕੋਲ ਗਏ ਤੇ ਕਬੀਰ ਜੀ ਦੇ ਬਾਰੇ ਆਖਣ ਲੱਗੇ। ਉਹਨਾਂ ਨੇ ਕਬੀਰ ਜੀ ਵਿਰੁੱਧ ਇੰਨਾ ਕੁਝ ਕਿਹਾ ਕਿ ਉਹ ਗੁੱਸੇ ਨਾਲ ਲਾਲ ਪੀਲਾ ਹੋ ਗਿਆ ਤੇ ਉਸਨੇ ਆਖਿਆ, ਮੈਂ ਨਜਿੱਠ ਲੈਂਦਾ ਹਾਂ, ਤੁਸੀਂ ਜਾਓ, ਸ਼ਹਿਰ ਵਿੱਚ ਅਮਨ ਰਹੇਗਾ। ਬਾਦਸ਼ਾਹ ਨੇ ਕਬੀਰ ਵੱਲ ਪਿਆਦਾ ਭੇਜ ਦਿੱਤਾ ਤੇ ਹੁਕਮ ਕੀਤਾ ਕਿ ਉਹ ਨਾਲ ਲੈ ਕੇ ਆਏ। ਪਿਆਦਾ ਘਰ ਗਿਆ। ਅੱਗੇ ਕਬੀਰ ਜੀ ਘਰ ਸਨ। ਪਿਆਦੇ ਨੇ ਬਾਦਸ਼ਾਹੀ ਹੁਕਮ ਕਬੀਰ ਜੀ ਨੂੰ ਸੁਣਾਇਆ। ਤੈਨੂੰ ਬਾਦਸ਼ਾਹ ਸੱਦਦਾ ਹੈ। ਬਾਦਸ਼ਾਹ ਬਹੁਤ ਖਫਾ ਹੈ, ਜ਼ਰੂਰ ਚੱਲੋ, ਜਿਵੇਂ ਹੋ ਤਿਵੇਂ ਹੀ ਚੱਲੋ। ਇਹ ਹੁਕਮ ਸੁਣਦੇ ਸਾਰ ਕਬੀਰ ਜੀ ਉਸੇ ਵੇਲੇ ਪਿਆਦੇ ਨਾਲ ਤੁਰ ਪਏ। ਉਹ ਨਾ ਡਰੇ ਤੇ ਨਾ ਡੋਲੇ, ਕਿਉਂਕਿ ਉਹਨਾਂ ਨੂੰ ਆਪਣੇ ਰਾਮ ਦਾ ਆਸਰਾ ਸੀ। ਉਹ ਰਾਮ 'ਤੇ ਭਰੋਸਾ ਰੱਖਦੇ ਸਨ। ਬਹੁਤ ਸਾਰੇ ਕਬੀਰ ਜੀ ਦੇ ਨਾਲ ਹੋ ਤੁਰੇ। ਕਈਆਂ ਕਿਹਾ, ਬਾਦਸ਼ਾਹ ਬਹੁਤ ਕਰੋਧੀ ਹੈ, ਕਬੀਰ ਨੂੰ ਉਹ ਜਾਨੋਂ ਮਰਵਾ ਦੇਵੇਗਾ। ਕੋਈ ਆਖਦਾ ਕਾਂਸ਼ੀ ਵਿੱਚੋਂ ਕੱਢ ਦੇਵੇਗਾ। ਉਹਨਾਂ ਦੀਆਂ ਗੱਲਾਂ ਸੁਣ ਕੇ ਕਬੀਰ ਜੀ ਸਹਿਜ ਸੁਭਾਅ ਆਪਣੇ ਰਾਮ ਨੂੰ ਚੇਤੇ ਕਰਕੇ ਉਹਨਾਂ ਨੂੰ ਆਖੀ ਗਏ, ਡਰੋ ਨਾ, ਇਹ ਮੇਰੇ ਰਾਮ ਦਾ ਹੀ ਹੁਕਮ ਹੈ। ਉਹ ਕਿਸੇ ਹਨੇਰੇ ਨੂੰ ਦੂਰ ਕਰਨਾ ਚਾਹੁੰਦਾ ਹੈ।
हे प्रभु, जो तेरी आज्ञा है उस ਨੂੰ ਮੰਨਣ ਵਾਸਤੇ ਮੈਂ ਤਿਆਰ ਹਾਂ। ਆਪ ਹੀ ਤੂੰ ਨਦੀ ਹੈ ਤੇ ਆਪ ਹੀ ਮਲਾਹ, ਬੇੜਾ ਹੀ ਆਪ ਅਤੇ ਆਪ ਤੂੰ ਹੀ ਪਾਰ ਕਰਨਾ ਹੈ। ਮੈਂ ਅਗਿਆਨੀ ਪੁਰਸ਼ ਹਾਂ, ਮੈਂ ਤਾਂ ਸਿਰਫ ਆਖਦਾ ਹਾਂ ਬੰਦੇ ਨੂੰ ਭਗਤੀ ਕਰਨੀ ਚਾਹੀਦੀ ਹੈ, ਸਿਰਫ ਤੁਸਾਂ ਦੇ ਨਾਮ ਦੀ। ਉਹ ਭਾਵੇਂ ਕ੍ਰੋਧ ਕਰੇ ਜਾਂ ਖੁਸ਼ ਰਹੇ, ਬੰਦੇ ਨੂੰ ਉਹਦਾ ਨਾਮ ਜਪੀ ਜਾਣਾ ਚਾਹੀਦਾ ਹੈ। ਹੇ ਈਸ਼ਵਰ, ਤੈਨੂੰ ਚੇਤੇ ਕਰਕੇ ਇਸ ਤਰ੍ਹਾਂ ਖੁਸ਼ ਹਾਂ ਜਿਵੇਂ ਬੱਚੇ ਦਾ ਮਨ ਖੁਸ਼ ਹੁੰਦਾ ਹੈ। ਬੰਦਾ ਤਾਂ ਤੇਰਾ ਨੌਕਰ ਹੈ, ਜਿਵੇਂ ਜੀਅ ਕਰੇ ਤਿਵੇਂ ਰੱਖ, ਭਾਵੇਂ ਮਾਰ ਅਤੇ ਭਾਵੇਂ ਜਿਉਂਦਾ ਰਹਿਣ ਦੇ। ਤੇਰੀ ਵਸਤੂ ਜੋ ਹੋਈ, ਆਪਣੀ ਵਸਤੂ ਨੂੰ ਤੂੰ ਆਪ ਹੀ ਸੰਭਾਲਦਾ ਹੈ। ਹੇ ਮਨਾ, ਸਾਰੇ ਸੰਸ਼ੇ ਤਿਆਗ ਦੇ, ਕਿਸੇ ਕਿਸਮ ਦਾ ਭਰਮ ਨਾ ਕਰ। ਜੇ ਕੋਈ ਨਾਰੀ ਨੱਚਣ ਲੱਗੀ ਤਾਂ ਕੁੰਡ ਕਿਉਂ, ਪ੍ਰਗਟ ਹੋ ਕੇ ਨੱਚਣਾ ਠੀਕ ਹੈ। ਭਾਵੇਂ ਤੂੰ ਦੋਸ਼ੀ ਠਹਿਰਾਇਆ ਜਾਵੇਂ, ਰਾਮ ਨਾਮ ਜਪ ਅਤੇ ਨੇਕ ਕਰਮ ਕਰੀ ਚੱਲ, ਪਰ ਕਿਸੇ ਕੋਲੋਂ ਭੈ ਨਾ ਖਾ। ਉਹ ਬਹਾਦਰ ਨਹੀਂ ਜਾਣਿਆ ਜਾਂਦਾ ਜੋ ਲੜਾਈ ਦੇ ਮੈਦਾਨ ਕੋਲੋਂ ਡਰਦਾ ਹੈ। ਉਸ ਇਸਤਰੀ ਨੂੰ ਕੋਈ ਸਤੀ ਨਹੀਂ ਆਖ ਸਕਦਾ ਜੋ ਪਤੀ ਦੇ ਮਰਨ ਪਿੱਛੋਂ ਜਾਨ ਲੁਕਾਉਣ ਵਾਸਤੇ ਘਰ ਦੇ ਭਾਂਡੇ ਸਾਂਭਣ ਲੱਗ ਪਵੇ, ਵਸਤੂਆਂ ਵੱਲ ਦੇਖੇ। ਡੋਲਣ ਦਾ ਕੀ ਮਤਲਬ, ਜਦੋਂ ਨਰੇਲ ਹੀ ਫੜ ਲਿਆ। ਹੁਣ ਤਾਂ ਸੜ ਕੇ ਮਰਨ ਨਾਲ ਛੁਟਕਾਰਾ ਹੋਣਾ ਹੈ। ਭਾਵ ਕਿ ਜਿਸ ਤਰ੍ਹਾਂ ਸਤੀ ਹੋਣ ਵੇਲੇ ਇਸਤਰੀ ਹੱਥ ਵਿੱਚ ਸੰਧੌਰਾ ਫੜ ਲੈਂਦੀ ਹੈ, ਫਿਰ ਪਿੱਛੇ ਨਹੀਂ ਹਟਦੀ, ਸੜ ਕੇ ਮਰ ਜਾਂਦੀ ਹੈ, ਤਿਵੇਂ ਸੱਚਾਈ ਨੂੰ ਪ੍ਰਗਟ ਕਰਦਿਆਂ ਹੋਇਆਂ ਡਰੇ ਕਿਉਂ। ਇਹ ਸਾਰੀ ਸ੍ਰਿਸ਼ਟੀ ਪੰਜਾਂ ਦੁਸ਼ਮਣਾਂ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਦੇ ਕਾਰਨ ਖਰਾਬ ਹੋ ਚੁੱਕੀ ਹੈ। ਤੂੰ ਆਪਣੇ ਰਾਮ ਨੂੰ ਨਾ ਛੱਡੀ। ਰਾਮ ਬਦਲੇ ਭਾਵੇਂ ਤੈਨੂੰ ਕਸ਼ਟ ਕਿਉਂ ਨਾ ਉਠਾਉਣੇ ਪੈਣ। ਰਾਮ ਨਾਮ ਜਪਦਾ ਹੋਇਆ ਹੀ ਪ੍ਰਹਿਲਾਦ ਅਮਰ ਹੋਇਆ ਸੀ। ਇਸ ਤਰ੍ਹਾਂ ਆਤਮਾ ਨੂੰ ਤਕੜਿਆਂ ਕਰਦੇ ਹੋਏ ਕਬੀਰ ਜੀ ਬਾਦਸ਼ਾਹ ਸਿਕੰਦਰ ਲੋਧੀ ਦੇ ਸਨਮੁਖ ਜਾ ਖਲੋਤੇ। ਉਹਨਾਂ ਨੇ ਬਾਦਸ਼ਾਹ ਨੂੰ ਸਲਾਮ ਨਹੀਂ ਆਖੀ, ਚੁੱਪ ਕਰਕੇ ਰਾਮ ਨਾਮ ਦਾ ਸਿਮਰਨ ਕਰਦੇ ਰਹੇ। ਬਾਦਸ਼ਾਹ ਬੜਾ ਤਵਸਬੀ ਸੀ। ਉਸਨੇ ਜਦੋਂ ਦੇਖਿਆ ਕਿ ਮੁਸਲਮਾਨ ਹੋ ਕੇ ਇਸਨੇ ਸਲਾਮ ਨਹੀਂ ਬੁਲਾਈ, ਦੂਸਰਾ ਰਾਮ ਦਾ ਨਾਮ ਲੈਂਦਾ ਹੈ, ਇਸ ਨਾਲੋਂ ਵੱਡਾ ਕਾਫਰ ਕੌਣ ਹੈ। ਇਹ ਤਾਂ ਮਰਵਾਉਣ ਦੇ ਕਾਬਲ ਹੈ। ਇਸ ਨੂੰ ਜਿਉਂਦਾ ਕਿਵੇਂ ਰੱਖਿਆ ਜਾ ਸਕਦਾ ਹੈ। ਇਸ ਨੂੰ ਦੰਡ ਦੇਣਾ ਹੀ ਠੀਕ ਹੈ, ਨਹੀਂ ਤਾਂ ਨਵੇਂ ਬਣੇ ਮੁਸਲਮਾਨ ਵਿਗੜ ਜਾਣਗੇ। ਬਾਦਸ਼ਾਹ ਕ੍ਰੋਧ ਨਾਲ ਲਾਲ ਪੀਲਾ ਹੋ ਕੇ ਕਬੀਰ ਨੂੰ ਪੁੱਛਣ ਲੱਗਾ, ਕਬੀਰ ਤੇਰਾ ਨਾਂ ਹੈ? ਹਾਂਜੀ, ਕਬੀਰ ਨੇ ਅੱਗੋਂ ਉੱਤਰ ਦਿੱਤਾ। ਕੀ ਇਹ ਠੀਕ ਹੈ ਕਿ ਤੂੰ ਹਿੰਦੂ ਧਰਮ ਅਤੇ ਮੁਸਲਮਾਨਾਂ ਦੇ ਵਿਰੁੱਧ ਪ੍ਰਚਾਰ ਕਰਦਾ ਹੈ? ਐਸੀ ਕਵਿਤਾ ਰਚਦਾ ਹੈ ਜੋ ਲੋਕਾਂ ਨੂੰ ਗੁੰਮਰਾਹ ਕਰਦੀ ਹੈ, ਜੋ ਪੁਰਾਣੀਆਂ ਰਸਮਾਂ ਅਤੇ ਵੱਡਿਆਂ ਦੇ ਧਰਮਾਂ ਦੇ ਵਿਰੁੱਧ ਲੋਕਾਂ ਨੂੰ ਭੜਕਾਉਂਦੀ ਹੈ। ਇਹ ਤੇਰੇ ਬਾਰੇ ਸ਼ਿਕਾਇਤਾਂ ਹਨ। ਬਾਕੀ ਤੂੰ ਮੈਨੂੰ ਸਲਾਮ ਕਿਉਂ ਨਹੀਂ ਕੀਤੀ? ਇਹ ਤੇਰਾ ਹੰਕਾਰ ਹੈ। ਕਬੀਰ, ਮੈਂ ਕਿਸੇ ਵਿਰੁੱਧ ਨਹੀਂ ਹਾਂ। ਕਾਜ਼ੀਆਂ ਪੰਡਤਾਂ ਦੀਆਂ ਉਹਨਾਂ ਗੱਲਾਂ ਦੇ ਜ਼ਰੂਰ ਵਿਰੁੱਧ ਹਾਂ ਜੋ ਭੋਲੇ ਲੋਕਾਂ ਨੂੰ ਲੁੱਟਣ ਅਤੇ ਧੋਖਾ ਦੇਣ ਖਾਤਰ ਕਰਦੇ ਨੇ। ਪਖੰਡਾਂ ਦੇ ਵਿਰੁੱਧ ਹਾਂ, ਭਾਵੇਂ ਪਖੰਡ ਇਸਲਾਮ ਦਾ ਹੈ ਜਾਂ ਹਿੰਦੂ ਧਰਮ ਦਾ। ਲੋਕਾਂ ਦੇ ਭਲੇ ਦੀ ਗੱਲ ਕਰਦਾ ਹਾਂ। ਸਲਾਮ ਤਾਂ ਨਹੀਂ ਕੀਤਾ, ਮੈਂ ਆਪਣੇ ਰਾਮ ਨੂੰ ਆਪਣਾ ਪਾਤਸ਼ਾਹ ਸਮਝਦਾ ਹਾਂ। ਆਪਣੇ ਰਾਮ ਤੋਂ ਬਿਨਾਂ ਮੈਂ ਕਿਸੇ ਨੂੰ ਦਬਾਅ ਨਾਲ ਸਲਾਮ ਨਹੀਂ ਕਰ ਸਕਦਾ। ਮੇਰਾ ਰਾਮ ਜਗਤ ਦਾ ਪਾਤਸ਼ਾਹ ਹੈ। ਬਾਦਸ਼ਾਹ ਪੁੱਛਣ ਲੱਗਾ, ਤੇਰਾ ਮੱਤ ਕੀ ਹੈ? ਕਬੀਰ, ਦੋਹਾਂ ਮੱਤਾਂ ਤੋਂ ਨਿਆਰਾ ਰਾਮ ਦਾ ਸਿਮਰਨ ਕਰਨਾ ਅਤੇ ਸਭ ਨਾਲ ਪਿਆਰ ਕਰਨਾ। ਸਾਰੇ ਰਾਮ ਨੇ ਬਣਾਏ ਨੇ, ਰਾਮ ਉਹਨਾਂ ਦਾ ਰਾਖਾ ਹੈ, ਉਹ ਹੀ ਹਰ ਤਰ੍ਹਾਂ ਦੀ ਮਦਦ ਕਰਦਾ ਹੈ। ਮੈਂ ਰਾਮ ਨੂੰ ਯਾਦ ਕਰਦਾ ਰਹਿੰਦਾ ਹਾਂ। ਬਾਦਸ਼ਾਹ, ਤੂੰ ਬਹੁਤ ਵਿਗੜਿਆ ਹੋਇਆ ਹੈ। ਮੁਸਲਮਾਨ ਹੋ ਕੇ ਰਾਮ ਦਾ ਨਾਮ ਲੈਂਦਾ ਹੈ, ਪੁਰਾਣੇ ਮੱਤਾਂ ਦੇ ਵਿਰੁੱਧ ਹੈ। ਬਾਦਸ਼ਾਹ ਨੂੰ ਬਾਦਸ਼ਾਹ ਨਹੀਂ ਮੰਨਦਾ। ਰਾਜ ਦੇ ਅਮਨ ਵਾਸਤੇ ਇੱਕ ਖਤਰੇ ਦਾ ਕਾਰਨ ਹੈ। ਇਸ ਵਾਸਤੇ ਤੈਨੂੰ ਪਾਣੀ ਵਿੱਚ ਡੋਬ ਕੇ ਮਾਰਿਆ ਜਾਵੇਗਾ। ਜਿਸ ਵੇਲੇ ਤੈਨੂੰ ਡੋਬਣਾ ਹੋਵੇਗਾ ਤਦੋਂ ਸਾਰੇ ਸ਼ਹਿਰ ਦੇ ਹਿੰਦੂ ਮੁਸਲਮਾਨ ਸੱਦ ਕੇ ਕੋਲ ਖੜਾਏ ਜਾਣਗੇ। ਇਹੋ ਮੇਰਾ ਹੁਕਮ ਹੈ। ਤੂੰ ਕਾਫਰ ਹੈ, ਬਾਗੀ ਹੈ, ਬਾਗੀ। ਬਾਦਸ਼ਾਹ ਵਿਰੁੱਧ ਬਗਾਵਤ ਕਰਨ ਦਾ ਦੋਸ਼ ਹੈ। ਬਾਦਸ਼ਾਹ ਦੀ ਜ਼ਬਾਨੋਂ ਇਹ ਹੁਕਮ ਸੁਣ ਕੇ ਕਬੀਰ ਜੀ ਘਬਰਾਏ ਨਹੀਂ, ਡਰੇ ਨਹੀਂ, ਸਗੋਂ ਉਹਨਾਂ ਦੇ ਚਿਹਰੇ 'ਤੇ ਖੁਸ਼ੀ ਦੀ ਲਹਿਰ ਦੌੜ ਗਈ। ਉਹਨਾਂ ਨੇ ਆਪਣੇ ਰਾਮ ਨੂੰ ਚੇਤੇ ਕੀਤਾ। ਉਹਨਾਂ ਦਾ ਰਾਮ ਅੰਗ ਸੰਗ ਰਹਿੰਦਾ ਸੀ। ਉਹਨਾਂ ਦੇ ਰਾਮ ਨੇ ਉਸ ਦੀ ਆਤਮਾ ਨੂੰ ਤਕੜਿਆਂ ਕੀਤਾ। ਉਹਦਾ ਰਾਮ ਤਾਂ ਬਾਦਸ਼ਾਹ ਨੂੰ ਕੌਤਕ ਦਿਖਾ ਕੇ ਉਸ ਨੂੰ ਸਿੱਖਿਆ ਦੇਣੀ ਚਾਹੁੰਦਾ ਸੀ। ਰਾਮ ਨੇ ਕਬੀਰ ਨੂੰ ਪ੍ਰੇਰਿਆ ਅਤੇ ਬਾਦਸ਼ਾਹ ਨੂੰ ਉੱਤਰ ਦਿੱਤਾ, ਹੇ ਇਸ ਧਰਤੀ ਦੇ ਬਾਦਸ਼ਾਹ, ਉਹ ਪਰਮਾਤਮਾ ਆਪ ਹੀ ਅੱਗ ਹੈ ਅਤੇ ਆਪ ਹੀ ਹਵਾ ਹੈ। ਜੇ ਉਸਨੇ ਕਿਸੇ ਨੂੰ ਸਾੜਨਾ ਹੋਵੇ ਤਾਂ ਕੋਈ ਰੱਖ ਨਹੀਂ ਸਕਦਾ। ਜੀਵ ਨੂੰ ਮਾਰਨਾ ਜਾਂ ਜਿਉਂਦੇ ਰੱਖਣਾ ਬੰਦੇ ਦੇ ਵੱਸ ਨਹੀਂ, ਸਗੋਂ ਉਸ ਸ਼ਕਤੀਵਾਨ ਪਰਮਾਤਮਾ ਦੇ ਹੱਥ ਹੈ। ਜਿਨ੍ਹਾਂ ਇਨਸਾਨਾਂ ਨੂੰ ਆਪਣੇ ਜੀਵਨ ਦੇ ਅੰਤ ਦਾ ਪਤਾ ਨਹੀਂ, ਉਹ ਐਸੇ ਉਪਰਾਲੇ ਕਰਦੇ ਨੇ ਕਿ ਕਿਸੇ ਨੂੰ ਮਾਰਨ ਜਾਂ ਸਾੜਨ। ਜੇ ਰਾਮ ਦਾ ਸਿਮਰਨ ਕਰਦਿਆਂ ਸੜ ਵੀ ਜਾਈਏ ਤਾਂ ਇਸ ਵਿੱਚ ਹਰਜ ਕੀ ਹੈ? ਆਤਮਾ ਵਿੱਚ ਰਾਮ ਦਾ ਵਾਸ ਹੈ। ਨਾ ਕੋਈ ਕਿਸੇ ਨੂੰ ਮਾਰਦਾ ਅਤੇ ਸਾੜਦਾ ਹੈ, ਨਾ ਕੋਈ ਰੱਖਦਾ ਹੈ।
ਇਹ ਤਾਂ ਉਸੇ ਤਰ੍ਹਾਂ ਹੈ ਜਿਵੇਂ ਮਦਾਰੀ ਵੱਟੇ ਨਾਲ ਕਈ ਹੇਰਾ ਫੇਰੀਆਂ ਕਰਕੇ ਤਮਾਸ਼ਾ ਕਰਦਾ ਹੈ ਪਰ ਕਿਸੇ ਨੂੰ ਸਮਝ ਨਹੀਂ ਪੈਂਦੀ। ਤਿਵੇਂ ਪਰਮਾਤਮਾ ਖੇਲ ਕਰ ਕਰਕੇ ਦੇਖਦਾ ਹੈ ਤੇ ਖੁਸ਼ ਹੁੰਦਾ ਹੈ। ਕਬੀਰ ਜੀ ਆਖਦੇ ਨੇ, 2 ਅੱਖਰ ਰਾਮ, ਇਹਨਾਂ ਦਾ ਸਿਮਰਨ ਕਰ, ਜੋ ਮਰਜ਼ੀ ਹੈ ਉਹ ਕਰ ਲੈ। ਜੇ ਮੇਰਾ ਮਾਲਕ ਹੋਵੇਗਾ ਤਾਂ ਉਹ ਡੁੱਬਣੋਂ ਸੜਨੋਂ ਬਚਾ ਲਵੇਗਾ। ਤਰਲੇ ਕੱਢਣ ਦਾ ਕੋਈ ਲਾਭ ਨਹੀਂ। ਹੇ ਬਾਦਸ਼ਾਹ ਸਿਕੰਦਰ, ਕਰ ਜੋ ਤੇਰਾ ਮਰਜ਼ੀ ਕਰੇ। ਬੰਦਾ ਤਾਂ ਰਾਮ ਦਾ ਹੀ ਹੈ। ਪਰਮਾਤਮਾ ਉੱਤੇ ਕਬੀਰ ਦਾ ਦ੍ਰਿੜ ਵਿਸ਼ਵਾਸ ਦੇਖ ਕੇ ਬਾਦਸ਼ਾਹ ਨੂੰ ਹੋਣਾ ਤਾਂ ਖੁਸ਼ ਚਾਹੀਦਾ ਸੀ ਕਿ ਉਸਦੀ ਪ੍ਰਜਾ ਵਿੱਚ ਐਸੇ ਭਗਤੀ, ਪਿਆਰ ਤੇ ਏਕਤਾ ਵਾਲੇ ਬੰਦੇ ਹਨ ਤੇ ਪ੍ਰਚਾਰ ਹੁੰਦਾ ਸੀ। ਪਰ ਉਹ ਪੁੱਠੀ ਮੱਤ ਵਾਲਾ ਬਾਦਸ਼ਾਹ, ਜੋ ਨੇਕੀ ਦੀ ਤਾਂ ਬਦੀ ਕਰਾਉਣਾ ਚਾਹੁੰਦਾ ਸੀ, ਗੁੱਸੇ ਵਿੱਚ ਆ ਗਿਆ। ਉਸਨੇ ਕੱਪੜਿਆਂ ਤੋਂ ਬਾਹਰ ਹੋ ਕੇ ਆਖਿਆ, ਕਬੀਰ ਨੂੰ ਸੰਗਲਾਂ ਨਾਲ ਜੋੜ ਕੇ ਗੰਗਾ ਦੇ ਡੂੰਘੇ ਪਾਣੀ ਵਿੱਚ ਸੁੱਟ ਦਿਓ, ਆਪੇ ਡੁੱਬ ਕੇ ਮਰ ਜਾਵੇਗਾ। ਸਾਡੇ ਰਾਜ ਵਿੱਚ ਐਸੇ ਪੁਰਸ਼ ਦਾ ਫਿਰਨਾ ਤੁਰਨਾ ਤੇ ਬੋਲਣਾ ਖਤਰੇ ਤੋਂ ਖਾਲੀ ਨਹੀਂ, ਇਹ ਕਾਫਰ ਹੈ। ਉਸ ਵੇਲੇ ਬਾਦਸ਼ਾਹ ਦੀ ਜ਼ੁਬਾਨੋਂ ਨਿਕਲਿਆ ਹੋਇਆ ਹਰ ਬੋਲ ਕਾਨੂੰਨ ਹੁੰਦਾ ਸੀ, ਜਿਸ ਕਾਨੂੰਨ ਦੀ ਕਿਤੇ ਅਪੀਲ ਨਹੀਂ ਸੀ ਹੋ ਸਕਦੀ। ਬਿਨਾਂ ਸੋਚੇ ਸਮਝੇ ਬਾਦਸ਼ਾਹ ਨੇ ਕਬੀਰ ਨੂੰ ਮੌਤ ਦੰਡ ਦਾ ਹੁਕਮ ਦੇ ਦਿੱਤਾ। ਬਾਦਸ਼ਾਹ ਕੋਲ ਜੋ ਸਰਕਾਰੀ ਬੰਦੇ ਖਲੋਤੇ ਸਨ, ਉਹਨਾਂ ਨੇ ਕੋਤਵਾਲ ਵੱਲ ਇਸ਼ਾਰਾ ਕੀਤਾ। ਉਹ ਛੇਤੀ ਨਾਲ ਅੱਗੇ ਵਧਿਆ ਤੇ ਕਬੀਰ ਜੀ ਨੂੰ ਬਾਹੋਂ ਫੜ ਕੇ ਬਾਹਰ ਲੈ ਗਿਆ। ਕਬੀਰ ਗ੍ਰਿਫਤਾਰ ਕੀਤਾ ਗਿਆ। ਮੌਲਵੀ, ਕਾਜ਼ੀ ਤੇ ਪੰਡਿਤ ਬਹੁਤ ਖੁਸ਼ ਹੋਏ, ਤਾੜੀਆਂ ਮਾਰ ਮਾਰ ਕੇ ਹੱਸਣ ਲੱਗੇ ਤੇ ਮੂੰਹ ਜੋੜ ਜੋੜ ਕੇ ਗੱਲਾਂ ਕਰਦੇ ਸਨ। ਪਰ ਕਬੀਰ ਦੇ ਸ਼ਰਧਾਲੂ ਤੇ ਸ਼ਹਿਰ ਦੇ ਨੇਕ ਆਦਮੀਆਂ ਦੇ ਘਰੀਂ ਸੋਗ ਛਾ ਗਿਆ। ਉਹ ਹਾਹਾਕਾਰ ਕਰਨ ਲੱਗੇ। ਜਿਹੜਾ ਵੀ ਸੁਣਦਾ ਗਿਆ ਉਹ ਹੀ ਗੰਗਾ ਕਿਨਾਰੇ ਵੱਲ ਨੱਸਦਾ ਰਿਹਾ। ਹਮਦਰਦੀਆਂ, ਮਿੱਤਰਾਂ, ਦੁਸ਼ਮਣਾਂ ਤੇ ਤਮਾਸ਼ਬੀਨਾਂ ਨੇ ਭੀੜ ਕਰ ਦਿੱਤੀ। ਇੱਕ ਅਨੋਖਾ ਹੀ ਨੇਕੀ ਤੇ ਬਦੀ ਦਾ ਅਖਾੜਾ ਰਚਿਆ ਗਿਆ, ਵੈਸਾ ਹੀ ਜੈਸਾ ਕਿ ਕਦੇ ਪ੍ਰਹਿਲਾਦ ਦੇ ਸਮੇਂ ਸੀ। ਸੰਗਲ ਮਾਰ ਕੇ ਕਬੀਰ ਜੀ ਨੂੰ ਜਕੜਿਆ ਗਿਆ। ਹੱਥ ਤੇ ਪੈਰ ਕੱਸ ਕੇ ਬੰਨ੍ਹ ਦਿੱਤੇ ਗਏ। ਜਲਾਦ ਨੂੰ ਆਗਿਆ ਦਿੱਤੀ, ਉਹ ਬੰਨੇ ਹੋਏ ਹੱਥਾਂ ਪੈਰਾਂ ਦੇ ਵਿੱਚ ਹੀ ਬਾਂਸ ਪਾ ਕੇ ਕਬੀਰ ਨੂੰ ਇਸ ਤਰ੍ਹਾਂ ਚੁੱਕ ਤੁਰੇ ਜਿਵੇਂ ਮਰੇ ਹੋਏ ਪਸ਼ੂ ਨੂੰ ਚੁੱਕੀਦਾ ਹੈ, ਕਿਉਂਕਿ ਮੁਸਲਮਾਨ ਕੋਤਵਾਲ ਕਬੀਰ ਦੀ ਨਿਰਾਦਰੀ ਕਰਨਾ ਚਾਹੁੰਦਾ ਸੀ। ਉਸਨੂੰ ਇਹ ਗੁੱਸਾ ਸੀ ਕਿ ਮੁਸਲਮਾਨ ਹੁੰਦਿਆਂ ਹੋਇਆਂ ਕਬੀਰ ਹਿੰਦੂ ਧਰਮ ਵੱਲ ਕਿਉਂ ਵਧੀ ਜਾਂਦਾ ਹੈ। ਭਾਵੇਂ ਖੁਦਾ, ਅੱਲਾ, ਰਾਮ, ਭਗਵਾਨ, ਰੱਬ, ਵਾਹਿਗੁਰੂ ਤੇ ਅਕਾਲ ਪੁਰਖ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਹੀ ਵੱਖਰੇ ਵੱਖਰੇ ਨਾਮ ਹਨ, ਪਰ ਭੁੱਲੜ ਮੁਸਲਮਾਨ ਆਗੂ ਤੇ ਹਾਕਮ ਮੁਸਲਮਾਨ ਦੀ ਜ਼ਬਾਨੋਂ ਰਾਮ ਨਾਮ ਦਾ ਸ਼ਬਦ ਉਚਾਰਨਾ ਬਹੁਤ ਮਾੜਾ ਸਮਝਦੇ ਸਨ। ਕਬੀਰ ਨੂੰ ਗੰਗਾ ਕਿਨਾਰੇ ਲੈ ਗਏ। ਹਜ਼ਾਰਾਂ ਲੋਕ ਨਾਲ ਸਨ। ਦੇਖਣ ਵਾਲੇ ਕਿਨਾਰੇ 'ਤੇ ਇਕੱਠੇ ਹੋ ਗਏ ਸਨ। ਆਖਦੇ ਹਨ ਕਿ ਬਾਦਸ਼ਾਹ ਸਿਕੰਦਰ ਲੋਧੀ ਵੀ ਦੇਖਣ ਵਾਸਤੇ ਅੱਪੜ ਗਿਆ। ਉਹ ਇਕੱਲਾ ਨਹੀਂ ਸੀ, ਉਸਦੇ ਨਾਲ ਉਸਦੀਆਂ ਬੇਗਮਾਂ ਵੀ ਸਨ। ਉਹ ਵੀ ਰਾਮ ਦੀ ਸ਼ਕਤੀ ਦੇਖਣ ਆਈਆਂ ਸਨ। ਗੰਗਾ ਦਾ ਜਲ ਠਾਠਾਂ ਮਾਰ ਰਿਹਾ ਸੀ। 10-10 ਫੁੱਟ ਉੱਚੇ ਕੱਪਰ ਪੈਂਦੇ ਸਨ। ਕੱਪਰ ਨਹੀਂ, ਸ਼ਾਇਦ ਗੰਗਾ ਖੁਸ਼ ਹੋ ਕੇ ਉਛਲ ਰਹੀ ਸੀ ਕਿ ਰਾਮ ਭਗਤ ਉਹਦੀ ਗੋਦ ਵਿੱਚ ਖੇਡਣ ਵਾਸਤੇ ਆ ਰਿਹਾ ਸੀ। ਰਾਮ ਭਗਤ ਨੂੰ ਗੋਦ ਖਿਡਾ ਕੇ ਉਹ ਆਪਣਾ ਜੀਵਨ ਸਫਲ ਕਰ ਲਵੇਗੀ। ਉਹਦਾ ਤਾਂ ਅੰਗ ਸੰਗ ਅਗੰਮੀ ਖੁਸ਼ੀ ਨਾਲ ਦੀਵਾਨਾ ਹੋ ਰਿਹਾ ਸੀ। ਉਹ ਤਾਂ ਉੱਪਰ ਆ ਕੇ ਛੇਤੀ ਤੋਂ ਛੇਤੀ ਕਬੀਰ ਦੇ ਚਰਨ ਛੂਹਣ ਵਾਸਤੇ ਉਤਾਵਲੀ ਸੀ। ਪਰ ਮੂਰਖ ਲੋਕ ਗੰਗਾ ਦਾ ਚੜ੍ਹਾਅ ਦੇਖ ਕੇ ਖੁਸ਼ ਸਨ ਕਿ ਛੇਤੀ ਡੁੱਬ ਕੇ ਕਿਧਰੇ ਰੁੜ ਜਾਵੇਗਾ, ਕੋਈ ਨਹੀਂ ਰਹੇਗਾ ਕਬੀਰ ਦਾ ਨਾਮ ਲੈਣ ਵਾਲਾ। ਸਰਕਾਰੀ ਬੇੜਾ ਕਿਨਾਰੇ ਲਾਇਆ ਗਿਆ। ਪਿਆਦਿਆਂ ਤੇ ਜਲਾਦਾਂ ਨੇ ਕਬੀਰ ਨੂੰ ਚੁੱਕ ਕੇ ਬੇੜੇ ਵਿੱਚ ਰੱਖ ਦਿੱਤਾ। ਬੇੜੇ ਦੇ ਰੱਸੇ ਖੋਲ੍ਹ ਦਿੱਤੇ ਗਏ। ਮਲਾਹਾਂ ਨੇ ਚੱਪੂ ਚਲਾਏ। ਬੇੜਾ ਗੰਗਾ ਦੀ ਚੜ੍ਹਾਈ ਵੱਲ ਚਲਿਆ ਗਿਆ। ਭਾਣਾ ਰੱਬ ਦਾ, ਸੁੱਕੇ ਅੰਬਰੀ ਹਨੇਰੀ ਤੇ ਕਾਲੀ ਘਟਾ ਆ ਗਈ। ਧਰਮੀ ਲੋਕਾਂ ਨੇ ਕਿਹਾ, ਮੁਗਲਾਂ ਉੱਤੇ ਭਗਵਾਨ ਕਰੋਪ ਹੋਇਆ ਹੈ, ਉਹ ਆਪਣੇ ਭਗਤ ਦੀ ਰਾਖੀ ਕਰੇਗਾ, ਬੇੜੇ ਨੂੰ ਡੋਬੇਗਾ। ਪਰ ਇਸ ਗੱਲ ਤੋਂ ਹੋਰ ਹੈਰਾਨੀ ਹੋਈ ਕਿ ਬੱਦਲ ਤੇ ਝੱਖੜ ਆਇਆ ਅਤੇ 5 ਮਿੰਟਾਂ ਵਿੱਚ ਦੀ ਅੱਗੇ ਲੰਘ ਗਿਆ। ਬੇੜਾ ਨਾ ਡੁੱਬਾ। ਕਿਨਾਰੇ ਖਲੋਤਿਆਂ ਨੂੰ ਸਾਫ਼ ਦਿਖਾਈ ਦਿੰਦਾ ਰਿਹਾ। ਜਦੋਂ ਬੇੜਾ ਗੰਗਾ ਦੇ ਅੱਧ ਵਿੱਚ ਚਲਿਆ ਗਿਆ, ਜਿੱਥੇ ਪਾਣੀ ਬਹੁਤ ਡੂੰਘਾ ਤੇ ਤੇਜ਼ ਚਾਲ ਨਾਲ ਚੱਲਦਾ ਸੀ, ਉਸ ਥਾਂ ਪਿਆਦਿਆਂ ਤੇ ਜਲਾਦਾਂ ਨੇ ਕਬੀਰ ਨੂੰ ਚੁੱਕ ਕੇ ਗੰਗਾ ਵਿੱਚ ਸੁੱਟ ਦਿੱਤਾ। ਗੰਗਾ ਵਿੱਚ ਡਿੱਗਦੇ ਸਾਰ ਕਬੀਰ ਨੇ ਕਿਹਾ, ਹੇ ਰਾਮ, ਤੇਰਾ ਆਸਰਾ, ਤੁਸੀਂ ਮੇਰੇ ਜੀਵਨ ਦਾਤੇ। ਕਬੀਰ ਜੀ ਨੇ ਪਾਣੀ 'ਤੇ ਤਰਦਿਆਂ ਹੋਇਆਂ ਆਕਾਸ਼ ਵੱਲ ਦੇਖ ਕੇ ਆਪਣੇ ਰਾਮ ਨੂੰ ਚੇਤੇ ਕੀਤਾ। ਹੇ ਰਾਮ, ਆਕਾਸ਼ ਪਿੱਛੇ ਆਕਾਸ਼ ਤੇ ਪਤਾਲ ਪਿੱਛੋਂ ਵੀ ਪਤਾਲ, ਤੁਸਾਂ ਦੀ ਮਾਇਆ ਦਾ ਪਸਾਰਾ ਐਸਾ ਹੈ ਜਿਵੇਂ ਆਕਾਸ਼ 'ਤੇ ਬੱਦਲ ਆ ਜਾਂਦੇ ਹਨ, ਪਰ ਜਦੋਂ ਬੱਦਲ ਪਰੇ ਹੋਣ ਤਾਂ ਆਕਾਸ਼ ਸਾਫ਼ ਉਸੇ ਤਰ੍ਹਾਂ ਰਹਿੰਦਾ ਹੈ, ਉਹ ਨਹੀਂ ਜਾਂਦਾ। ਇਸੇ ਤਰ੍ਹਾਂ ਪਰਮਾਤਮਾ ਅਮਰ ਰਹਿੰਦਾ ਹੈ। ਕਬੀਰ ਜੀ ਆਖਦੇ ਹਨ, ਮੈਨੂੰ ਆਪ ਦਾ ਵੈਰਾਗ ਪਿਆਰਾ ਹੋ ਗਿਆ ਹੈ। ਇਹ ਜੀਵ ਆ ਕੇ ਕਿੱਥੇ ਜਾਏ। ਇਹ ਚੋਜ਼ ਅੱਛਾ ਹੈ ਕਿ 5 ਤੱਤ ਮਿਲਾ ਕੇ ਸਰੀਰ ਨੂੰ ਬਣਾਇਆ ਹੈ। ਇਹ ਤੱਤ ਕਿੱਥੋਂ ਲਿਆਂਦੇ? ਭਾਵ ਤੱਤਾਂ ਦਾ ਕਰਤਾ ਵੀ ਤਾਂ ਆਪ ਹੈ। ਕਰਮਾਂ ਦੇ ਕਾਰਨ ਹੀ ਸਭ ਕੁਝ ਹੈ।
ਸਭ ਤੁਸਾਂ ਦੀ ਕਿਰਪਾ ਹੈ। ਮੇਰਾ ਸਰੀਰ ਤੁਸਾਂ ਵਿੱਚ ਹੈ ਤੇ ਤੁਸੀਂ ਮੇਰੇ ਸਰੀਰ ਵਿੱਚ ਹੋ। ਆਪ ਤਾਂ ਹਰ ਜਗ੍ਹਾ ਪ੍ਰਵੇਸ਼ ਰੱਖਣ ਤੇ ਕਰਨ ਵਾਲੇ ਹੋ, ਇਸ ਲਈ ਮੈਂ ਤੁਸਾਂ ਦਾ ਨਾਮ ਤਾਂ ਨਹੀਂ ਛੱਡਣਾ, ਭਾਵੇਂ ਕੁਝ ਮਰਜ਼ੀ ਹੋ ਜੇ। ਬਾਦਸ਼ਾਹ ਮਾਰੇ ਜਾਂ ਜਿਉਂਦਾ ਰੱਖੇ। ਕੰਢੇ ਖਲੋਤੇ ਲੋਕਾਂ ਨੇ ਜਦੋਂ ਦੇਖਿਆ ਤਾਂ ਉਹਨਾਂ ਨੇ ਸ਼ੋਰ ਮਚਾ ਦਿੱਤਾ। ਬਾਦਸ਼ਾਹ ਨੇ ਬਹੁਤ ਬੁਰਾ ਕੀਤਾ। ਭਗਤ ਨੂੰ ਪਾਣੀ ਵਿੱਚ ਡੋਬ ਦਿੱਤਾ। ਬਾਦਸ਼ਾਹੀ ਗਰਕ ਹੋ ਜਾਵੇਗੀ। ਉਹ ਕਬੀਰ ਨਾ ਡੁੱਬੀ, ਭਗਵਾਨ ਬਚਾਈ ਇਸ ਨੂੰ। ਪਰ ਜਿਸ ਦਾ ਰਾਖਾ ਰਾਮ ਹੈ, ਉਸ ਨੂੰ ਕੌਣ ਮਾਰੇ। ਜਿਉਂ ਹੀ ਕਬੀਰ ਨੇ ਰਾਮ ਤੇਰਾ ਆਸਰਾ ਆਖਿਆ ਤੇ ਸ਼ਬਦ ਉਚਾਰਿਆ ਤਾਂ ਹੱਥਾਂ ਪੈਰਾਂ ਦੇ ਸੰਗਲ ਆਪਣੇ ਆਪ ਟੁੱਟ ਗਏ। ਹੱਥ ਤੇ ਪੈਰ ਆਜ਼ਾਦ ਹੋ ਗਏ। ਪਾਣੀ ਵਿੱਚ ਇੱਕ ਡੁਬਕੀ ਲਾਉਣ ਪਿੱਛੋਂ ਕਬੀਰ ਜੀ ਗੰਗਾ ਦੇ ਪਾਣੀ ਉੱਪਰ ਤਰਨ ਲੱਗ ਪਏ। ਚੌਂਕੜਾ ਵੱਜ ਗਿਆ। ਰਾਮ ਰਾਮ ਦਾ ਸਿਮਰਨ ਕਰਦੇ ਹੋਏ ਇਉਂ ਬੈਠ ਗਏ ਜਿਵੇਂ ਧਰਤੀ ਉੱਤੇ ਆਸਣ ਲਾ ਕੇ ਬੈਠੇ ਹੁੰਦੇ ਨੇ। ਪਾਣੀ ਦੀ ਛੱਲ ਦਾ ਹੁਲਾਰਾ ਵੀ ਨਹੀਂ ਸੀ ਪੈਂਦਾ। ਲੋਕ ਦੇਖ ਦੇਖ ਕੇ ਹੈਰਾਨ ਹੁੰਦੇ ਜਾਂਦੇ ਸਨ। ਕਬੀਰ ਦੇ ਸ਼ਰਧਾਲੂ ਧੰਨ ਕਬੀਰ, ਰਾਮ ਨਾਮ, ਜੈ ਸੀਤਾ ਰਾਮ ਉਚਾਰਨ ਲੱਗੇ। ਬੇੜੇ ਦੇ ਮਲਾਹ, ਪਿਆਦੇ ਤੇ ਜਲਾਦ ਅੰਨੇ ਹੋ ਗਏ। ਬੇੜਾ ਡੁੱਬਣ ਲੱਗਾ। ਉਹਨਾਂ ਨੇ ਹਾਲ ਪਾਰਿਆ ਮਚਾ ਦਿੱਤੀ। ਕੋਈ ਬਚਾਏ ਦਾ ਸ਼ੋਰ ਪਾਉਣ ਲੱਗੇ। ਕਬੀਰ ਨੇ ਕੁਝ ਕਰ ਦਿੱਤਾ, ਸਾਨੂੰ ਸੱਟਾਂ ਵੱਜ ਰਹੀਆਂ ਹਨ, ਪਰ ਉਹਨਾਂ ਨੂੰ ਬਚਾਵੇ ਕਿਹੜਾ। ਕਿਨਾਰੇ ਖਲੋਤਿਆਂ ਨੂੰ ਬੇੜਾ ਦਿਸਦਾ ਹੀ ਨਹੀਂ ਸੀ। ਬੇੜਾ ਪੁੱਠਾ ਹੋ ਗਿਆ। ਜਲਾਦ, ਮਲਾਹ ਤੇ ਪਿਆਦੇ ਡੁੱਬ ਕੇ ਮਰ ਗਏ। ਗੰਗਾ ਦਾ ਅਥਾਹ ਜਲ ਰੋੜ ਕੇ ਅੱਗੇ ਲੈ ਗਿਆ। ਦੇਖਣ ਵਾਲੇ ਭੈ ਭੀਤ ਹੋ ਗਏ। ਦੂਜੇ ਪਾਸੇ ਕਬੀਰ ਜੀ ਪਾਣੀ ਦੀ ਸਤ੍ਹਾ ਉੱਤੇ ਚੌਂਕੜੀ ਮਾਰੀ ਬੈਠੇ ਸਨ। ਉਹ ਰਾਮ ਦੀ ਮਹਿਮਾ ਕਰੀ ਜਾ ਰਹੇ ਸਨ। ਹੌਲੀ ਹੌਲੀ ਜਲ ਆਪੇ ਹੀ ਉਹਨਾਂ ਨੂੰ ਘਾਟ ਵੱਲ ਲਈ ਆਇਆ। ਜਿਸ ਘਾਟ ਉੱਤੇ ਰੋਜ਼ ਇਸ਼ਨਾਨ ਕਰਿਆ ਕਰਦੇ ਸਨ, ਉਸ ਘਾਟ ਉੱਤੇ ਆ ਲੱਗੇ। ਰਾਮ ਤੇਰਾ ਆਸਰਾ ਆਖ ਕੇ ਜਲ ਤੋਂ ਉਤਰੇ ਤੇ ਘਾਟ ਦੀ ਪਥਰੀਲੀ ਪੌੜੀ ਉੱਤੇ ਖਲੋ ਗਏ। ਕਿਨਾਰੇ ਖਲੋਤੇ ਕਬੀਰ ਦੇ ਸ਼ਰਧਾਲੂ ਕਬੀਰ ਨੂੰ ਦੇਖਦੇ ਹੋਏ ਘਾਟ ਵੱਲ ਆ ਗਏ ਸਨ। ਘਾਟ 'ਤੇ ਪੁੱਜ ਕੇ ਜਦੋਂ ਉਹਨਾਂ ਕਬੀਰ ਜੀ ਨੂੰ ਰਾਜ਼ੀ ਦੇਖਿਆ ਤਾਂ ਖੁਸ਼ੀ ਨਾਲ ਗਦਗਦ ਹੋ ਗਏ। ਕਬੀਰ ਜੀ ਨੂੰ ਪ੍ਰਣਾਮ ਕਰਨ ਲੱਗੇ। ਅੱਗੇ ਅੱਗੇ ਕਬੀਰ ਜੀ ਤੇ ਪਿੱਛੇ ਲੋਕ ਹਰੀ ਰਾਮ ਦਾ ਕੀਰਤਨ ਕਰਦੇ ਹੋਏ ਸ਼ਹਿਰ ਵੱਲ ਤੁਰ ਪਏ। ਉਹਨਾਂ ਨੂੰ ਰੋਕਣ ਵਾਲਾ ਕੋਈ ਨਾ ਰਿਹਾ। ਨਿੰਦਕਾਂ ਦੇ ਮੂੰਹ ਕਾਲੇ ਹੋਏ। ਪਰ ਆਪਣੇ ਵੱਲੋਂ ਕਬੀਰ ਨੂੰ ਗੰਗਾ ਵਿੱਚ ਡੋਬ ਕੇ ਬਾਦਸ਼ਾਹ ਸਿਕੰਦਰ ਲੋਧੀ ਆਪਣੇ ਡੇਰੇ ਨੂੰ ਮੁੜ ਰਿਹਾ ਸੀ। ਚੁਗਲ ਮੌਲਵੀ ਤੇ ਪੰਡਿਤ ਉਹਦੇ ਨਾਲ ਆ ਰਹੇ ਸਨ। ਅਜੇ ਡੇਰੇ ਨਹੀਂ ਸੀ ਪੁੱਜਾ ਕਿ ਉਹਨਾਂ ਨੂੰ ਸੁਨੇਹਾ ਮਿਲਿਆ ਕਿ ਕਬੀਰ ਗੁਸਾਈ ਤਾਂ ਡੁੱਬਿਆ ਨਹੀਂ। ਉਹ ਤਾਂ ਹਰੀ ਕੀਰਤਨ ਕਰਦਾ ਹੋਇਆ ਕਾਂਸ਼ੀ ਦੇ ਬਾਜ਼ਾਰਾਂ ਵਿੱਚ ਆਪਣਾ ਜਲੂਸ ਕੱਢੀ ਫਿਰਦਾ ਹੈ। ਉਹ ਰਾਮ ਦਾ ਰੂਪ। ਸੁਨੇਹਾ ਦੇਣ ਵਾਲੇ ਨੇ ਨਾਲ ਹੀ ਆਖਿਆ, ਹੇ ਬਾਦਸ਼ਾਹ, ਕਬੀਰ ਜਾਦੂਗਰ ਹੈ, ਉਹ ਪਾਣੀ ਵਿੱਚ ਨਹੀਂ ਡੁੱਬੇਗਾ। ਉਸ ਨੂੰ ਅੱਗ ਵਿੱਚ ਸਾੜੋ। ਉਸਨੇ ਤਾਂ ਜਾਦੂ ਨਾਲ ਜਲਾਦ, ਮਲਾਹ ਤੇ ਪਿਆਦੇ ਵੀ ਬੇੜੇ ਸਮੇਤ ਰੋੜ ਦਿੱਤੇ ਹਨ। ਉਸ ਦੀ ਮਹਿਮਾ ਘਟਣ ਦੇ ਥਾਂ ਵੱਧ ਗਈ ਹੈ। ਸਾਰਾ ਸ਼ਹਿਰ ਬਾਦਸ਼ਾਹ ਸਲਾਮਤ ਨੂੰ ਹੀ ਬੁਰਾ ਭਲਾ ਆਖ ਰਿਹਾ ਹੈ। ਕਬੀਰ ਤਾਂ ਸਗੋਂ ਉੱਚੀ ਉੱਚੀ ਰਾਮ ਰਾਮ ਆਖਦਾ ਹੈ। ਉਹ ਮੌਲਵੀਆਂ, ਕਾਜ਼ੀਆਂ ਤੇ ਸਰਕਾਰੀ ਹਾਕਮਾਂ ਨੂੰ ਚਿੜਾਉਂਦਾ ਹੈ। ਚੁਗਲ ਦੀ ਜ਼ਬਾਨੋਂ ਇਹ ਸੁਣ ਕੇ ਬਾਦਸ਼ਾਹ ਦੰਗ ਰਹਿ ਗਿਆ। ਉਹ ਸੋਚਣ ਲੱਗਾ, ਲੋਹੇ ਦੇ ਸੰਗਲਾਂ ਨਾਲ ਜੁੜਿਆ ਹੋਇਆ ਆਦਮੀ ਗੰਗਾ ਦੀਆਂ ਲਹਿਰਾਂ ਵਿੱਚੋਂ ਕਿਵੇਂ ਬਚ ਗਿਆ। ਜੇ ਇਹ ਆਦਮੀ ਐਵੇਂ ਬਚ ਸਕਦਾ ਹੈ ਤਾਂ ਇੱਕ ਦਿਨ ਬਾਦਸ਼ਾਹ ਹੀ ਉਲਟਾ ਸਕਦਾ ਹੈ। ਐਸੇ ਆਦਮੀ ਨੂੰ ਤਾਂ ਜ਼ਰੂਰ ਮਾਰਨਾ ਚਾਹੀਦਾ ਹੈ। ਉਸਨੇ ਉੱਥੇ ਖਲੋਤਿਆਂ ਹੀ ਹੁਕਮ ਦਿੱਤਾ, ਕਬੀਰ ਨੂੰ ਇੱਕ ਵਾਰ ਫਿਰ ਮੇਰੇ ਸਾਹਮਣੇ ਪੇਸ਼ ਕਰੋ, ਮੈਂ ਉਸਨੂੰ ਮਾਰਾਂਗਾ, ਖਤਮ ਕਰਾਂਗਾ। ਇਹ ਨਹੀਂ ਹੋ ਸਕਦਾ ਕਬੀਰ ਜਿਉਂਦਾ ਰਹੇ। ਇੱਕ ਜੁਲਾਹਾ ਬਾਦਸ਼ਾਹ ਕਬੀਰ ਦੀ ਸ਼ਾਨ ਵਿੱਚ ਮਾੜੇ ਬੋਲ ਬੋਲੀ ਗਿਆ। ਸਰਕਾਰੀ ਪਿਆਦੇ ਨੱਸ ਉੱਠੇ। ਜਿੱਧਰ ਕਬੀਰ ਦੀ ਦੱਸ ਪਈ ਉੱਧਰ ਹੀ ਪੁੱਜੇ। ਇੱਕ ਚੌਂਕ ਦੇ ਵਿੱਚ ਸ਼ਬਦ ਪੜ੍ਹ ਰਹੇ ਕਬੀਰ ਨੂੰ ਜਾ ਘੇਰਿਆ। ਚਲੋ, ਤੁਹਾਨੂੰ ਬਾਦਸ਼ਾਹ ਸਲਾਮਤ ਬੁਲਾਉਂਦੇ ਨੇ। ਉਹਨਾਂ ਦਾ ਕਰੜਾ ਹੁਕਮ ਹੈ। ਛੇਤੀ ਚੱਲਣਾ ਹੋਵੇਗਾ। ਇਹ ਤੁਸੀਂ ਕੀ ਕਰ ਰਹੇ ਹੋ? ਚਲੋ ਭਾਈ, ਬਾਦਸ਼ਾਹ ਮਨ ਆਈਆਂ ਕਰ ਲਵੇ। ਲੈ ਚੱਲੋ। ਕਬੀਰ ਬਾਦਸ਼ਾਹ ਕੋਲੋਂ ਡਰਦਾ ਨਹੀਂ, ਕਿਉਂਕਿ ਕਬੀਰ ਦਾ ਪਾਤਸ਼ਾਹ ਵੱਡਾ ਹੈ। ਮੈਨੂੰ ਆਪਣੇ ਰਾਮ ਉੱਤੇ ਭਰੋਸਾ ਹੈ। ਪਿਆਦੇ ਕਬੀਰ ਜੀ ਨੂੰ ਲੈ ਕੇ ਮੁੜ ਬਾਦਸ਼ਾਹ ਵੱਲ ਚਲੇ ਗਏ।